ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਆਪ ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਪਰਮੇਸ਼ਰ ਦਾ ਧੰਨਵਾਦ ਹੈ ਕਿ ਪਰਮੇਸ਼ਰ ਨੇ ਆਪਣਾ ਵਚਨ ਦੱਸਿਆ ਔਰ ਮੈਨੂੰ ਮੌਕਾ ਬਖਸ਼ਿਆ ਕਿ ਤੁਹਾਡੇ ਸਾਹਮਣੇ ਮੈਂ ਪਰਮੇਸ਼ਰ ਦਾ ਵਚਨ ਲੈ ਕੇ ਆ ਸਕਾਂ। ਬਹੁਤ ਬਹੁਤ ਧੰਨਵਾਦ ਪਰਮੇਸ਼ਰ ਦਾ। ਚਲੋ ਅਸੀਂ ਅੱਜ ਸ਼ੁਰੂ ਕਰਦੇ ਪ੍ਰਕਾਸ਼ ਦੀ ਪੋਥੀ ਉਹਦਾ ਦੂਸਰਾ ਭਾਗ। ਇਹ ਥੋੜਾ ਲੈਂਥੀ ਜਿਹਾ ਲੰਬਾ ਆ, ਇਸ ਕਰਕੇ ਇਹਦੇ ਵਿੱਚ 7 ਕਲੀਸਿਆ ਦੀ ਪੱਤਰੀ ਬਾਰੇ ਲਿਖਿਆ। ਠੀਕ ਹੈ ਜੀ। ਤੇ ਆਪਾਂ ਦੋ ਕਰਕੇ ਨਾ ਇੱਕ ਐਂਡ ਤੇ ਵੱਖਰੀ ਜਾਂ ਤੇ ਐਂਡ ਤੇ 3 ਪੜ੍ਹ ਲਵਾਂਗੇ। ਇੱਦਾਂ ਕਰਦੇ ਹਾਂ, ਠੀਕ ਹੈ। ਕਿਉਂਕਿ ਜੇ ਤੁਹਾਨੂੰ ਕੁਝ ਸਮਝ ਨਾ ਲੱਗਾ ਤਾਂ ਫਿਰ ਮੇਰੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਆਪਾਂ। ਤੇ ਲਿਖਿਆ, ਅਫਸੂਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਪਈ ਜੇ ਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹੋਏ ਹਨ ਅਤੇ ਜਿਹੜੇ ਸੱਤਾ ਸੋਨੇ ਦੇ ਸ਼ਮਾਦਾਨ ਦੇ ਵਿਚਾਲੇ ਫਿਰਦਾ ਹੈ। ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ। ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ, ਤੈਂ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ ਅਤੇ ਤੂੰ ਧੀਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਿਮਿਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ। ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪਿਆਰ ਛੱਡ ਬੈਠਾ ਹੈ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਤੇਰੇ ਕੋਲੋਂ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ ਜੇ ਤੈਂ ਤੌਬਾ ਨਾ ਕੀਤੀ। ਪਰ ਤੇਰੇ ਵਿੱਚ ਇੰਨਾ ਤਾਂ ਹੈ ਭਈ ਤੂੰ ਨਿਕੋਲਾਈਆਂ ਦਿਆਂ ਕੰਮਾਂ ਤੋਂ ਸੂਗ ਕਰਦਾ ਹੈ, ਜਿਨ੍ਹਾਂ ਤੋਂ ਮੈਂ ਵੀ ਸੂਗ ਕਰਦਾ ਹਾਂ। ਜੇ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਬ੍ਰਿਸ਼ ਵਿੱਚੋਂ ਜੋ ਪਰਮੇਸ਼ਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ। ਇੱਥੇ ਹੁਣ ਦੂਸਰੀ ਕਲੀਸਿਆ ਬਾਰੇ ਪੜ੍ਹਨਾ, ਆਪਾਂ ਧਿਆਨ ਨਾਲ ਸੁਣਨਾ। ਲਿਖਿਆ, ਸਮੁਰਨੇ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਭਈ ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਤੇ ਫਿਰ ਜੀ ਪਿਆ, ਉਹ ਇਹ ਆਖਦਾ ਹੈ, ਮੈਂ ਤੇਰੀ ਬਿਪਤਾ ਤੇ ਗਰੀਬੀ ਨੂੰ ਜਾਣਦਾ ਹਾਂ। ਭਾਵੇਂ ਤੂੰ ਧਨਵਾਨ ਹੈ ਅਤੇ ਉਹਨਾਂ ਦੇ ਕੁਫਰ ਨੂੰ ਵੀ, ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ, ਜਿਹੜੇ ਦੁੱਖ ਤੈਂ ਭੋਗਣੇ ਹਨ, ਤੂੰ ਉਹਨਾਂ ਤੋਂ ਨਾ ਡਰੀ। ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ 10 ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫਾਦਾਰ ਰਹੋ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ। ਜੇ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਦੂਜੀ ਮੌਤ ਤੋਂ ਉਹਦਾ ਕਦੇ ਵਿਗਾੜ ਨਾ ਹੋਵੇਗਾ। ਇਹ ਪਰਮੇਸ਼ਰ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਅਸੀਂ 2 ਕਲੀਸਿਆ ਬਾਰੇ ਇੱਥੇ ਪੜ੍ਹਿਆ। ਇੱਕ ਹੈਗਾ ਅਫਸੂਸ ਦੀ ਕਲੀਸਿਆ ਅਤੇ ਸਮੁਰਨੇ ਦੀ ਕਲੀਸਿਆ। ਪਹਿਲੀ ਕਲੀਸਿਆ ਵਿੱਚ ਪ੍ਰਭੂ ਯਿਸੂ ਮਸੀਹ, ਇੱਥੇ ਪ੍ਰਭੂ ਯਿਸੂ ਮਸੀਹ ਦੱਸਿਆ, ਕਿਉਂਕਿ ਇੱਥੇ ਦੂਸਰੀ ਜਦੋਂ ਆਪਾਂ ਪੜ੍ਹਦੇ ਹਾਂ ਨਾ ਦੂਸਰੀ ਕਲੀਸਿਆ ਬਾਰੇ, ਉੱਥੇ ਲਿਖਿਆ, ਇੱਥੇ ਕਿਤੇ ਲਿਖਿਆ ਸੀ, ਹਾਂ, ਜਿਹੜਾ ਪਹਿਲਾ ਤੇ ਪਿਛਲਾ ਹੈ। ਪਹਿਲਾ ਤੇ ਪਿਛਲਾ ਕੌਣ ਹੈ? ਅਲਫਾ ਤੇ ਓਮੇਗਾ, ਯਿਸੂ ਮਸੀਹ ਨੂੰ ਦੱਸਿਆ ਗਿਆ ਇੱਥੇ। ਤੇ ਉਹ ਦੱਸ ਰਹੇ ਨੇ, ਕਹਿੰਦੇ ਵੀ ਮੈਂ ਮਤਲਬ ਕਿ ਕਹਿੰਦੇ ਮੈਂ ਤੇਰੀ ਮਿਹਨਤ ਨੂੰ ਤੇ ਤੇਰੇ ਕੰਮ ਨੂੰ ਜਾਣਦਾ ਆ, ਮਤਲਬ ਕਿ ਤੂੰ ਸਹੀ ਆ ਆਪਣੀ ਜਗ੍ਹਾ ਤੇ। ਕਹਿਣ ਦਾ ਮਤਲਬ ਇਹੀ ਆ ਕਿ ਮਤਲਬ ਕਿ ਤੁਸੀਂ ਸਹੀ ਆ। ਕਲੀਸਿਆ ਨੂੰ ਲਿਖ ਰਿਹਾ। ਕਲੀਸਿਆ ਕਿੰਨੀ ਵੀ ਹੋ ਸਕਦੀ, ਛੋਟੀ ਕਲੀਸਿਆ ਵੀ ਹੋ ਸਕਦੀ, ਵੱਡੀ ਕਲੀਸਿਆ ਵੀ ਹੋ ਸਕਦੀ। ਤੁਸੀਂ ਇਹ ਦੇਖੋ, ਇੱਥੇ ਆਪਣੇ ਆਪ ਨੂੰ ਰੱਖੋ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇੱਥੇ 7 ਕਲੀਸਿਆ ਬਾਰੇ ਦੱਸਿਆ ਗਿਆ ਨਾ, 7 ਕਲੀਸਿਆ ਬਾਰੇ ਦੱਸਿਆ ਗਿਆ। ਤੁਸੀਂ ਇਹ ਦੇਖੋ ਕਿ ਤੁਹਾਡਾ ਕਿੱਥੇ ਸਟੈਂਡ ਆ। ਮਤਲਬ ਕਿ 7 ਕਲੀਸਿਆ ਬਾਰੇ ਪੜ੍ਹੋ ਤੁਸੀਂ। ਹਰੇਕ ਕਲੀਸਿਆ ਬਾਰੇ ਪ੍ਰਭੂ ਯਿਸੂ ਮਸੀਹ ਨੇ ਕੁਛ ਨਾ ਕੁਛ ਕਿਹਾ ਹੈ। ਕਿਸੇ ਨੂੰ ਚੰਗਾ ਕਿਹਾ, ਕਿਸੇ ਵਿੱਚ ਕਮੀ ਕੱਢੀ ਹੈ। ਉੱਥੇ ਦੇਖੋ ਕਿ ਤੁਸੀਂ ਕਿਹਦੇ ਵਿੱਚ ਫਿੱਟ ਬੈਠ ਰਹੇ ਹੋ, ਹੈ ਨਾ। ਕਿਉਂਕਿ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਕੋਈ ਪੂਰਾ ਨਹੀਂ ਇਸ ਜਗਤ ਵਿੱਚ, ਕੋਈ ਵੀ ਨਹੀਂ। ਸਿਰਫ ਯਿਸੂ ਮਸੀਹ ਪੂਰੇ ਨੇ। ਠੀਕ ਹੈ ਜੀ। ਤੇ ਹੁਣ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਸੀ ਅਫਸੂਸ ਦੀ ਕਲੀਸਿਆ, ਜਿਹੜੇ ਪਹਿਲੀ ਕਲੀਸਿਆ ਉਹ ਜਿਹੜਾ ਪੜ੍ਹਿਆ ਸੀ,
ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ, ਕਹਿੰਦੇ ਤੂੰ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ। ਪਹਿਲਾ ਪਿਆਰ ਮਤਲਬ ਕਹਿਣ ਦਾ ਮਤਲਬ ਕਿ ਕੁਛ ਲੋਕ ਹੁੰਦੇ ਨਾ ਵੀ ਮਤਲਬ ਕਿ ਜਿਹੜੇ ਧਰਮੀ ਹੁੰਦੇ ਆ, ਪਹਿਲਾਂ ਪਰਮੇਸ਼ਰ ਦਾ ਨਾਮ ਲੈਂਦੇ ਆ, ਪਰਮੇਸ਼ਰ ਧੰਨਵਾਦ ਕਰਦੇ ਆ, ਉਹਨੂੰ ਟਾਈਮ ਦਿੰਦੇ ਆ, ਵਚਨ ਪੜ੍ਹਦੇ ਆ, ਔਰ ਆਪਣੇ ਮੂੰਹ ਨੂੰ ਗਲਤ ਚੀਜ਼ਾਂ ਪਕਣ ਤੋਂ ਵੀ ਰੋਕਦੇ ਆ। ਕਹਿਣ ਦਾ ਮਤਲਬ ਕਿ ਧਰਮੀ ਪਹਿਲਾਂ ਧਰਮੀ ਬਣ ਜਾਂਦੇ। ਬਾਅਦ ਵਿੱਚ ਫਿਰ ਜਦੋਂ ਉਹਨਾਂ 'ਤੇ ਕੋਈ ਵਿਪਤਾ ਪੈਂਦੀ ਆ ਜਾਂ ਗਰੀਬੀ ਆ ਜਾਂਦੀ ਆ ਜਾਂ ਕੁਛ ਵੀ ਤਰੀਕਾ ਲਾ ਲਓ, ਹੈ ਨਾ, ਅਤੇ ਉਹ ਫਿਰ ਉੱਦਾਂ ਦੇ ਨਹੀਂ ਰਹਿੰਦੇ। ਕੁਛ ਕੁ ਲੋਕਾਂ ਦੀ ਗੱਲ ਕਰ ਰਹੀ, ਕੁਛ ਕੁ ਲੋਕਾਂ ਦੀ, ਉਹ ਫਿਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦੇ ਪਰਮੇਸ਼ਰ ਵਿੱਚ, ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦੇ ਆ। ਅਤੇ ਬਾਅਦ ਵਿੱਚ ਫਿਰ ਜਦੋਂ ਫਿਰ ਕੋਈ ਵਿਪਤਾ ਪੈਂਦੀ ਆ, ਜਦੋਂ ਕੋਈ ਨਹੀਂ ਸੁਣਦਾ, ਫਿਰ ਰੱਬ ਚੇਤੇ ਆਉਂਦਾ। ਇੱਦਾਂ ਹੀ ਨਾ, ਤੁਸੀਂ ਦੱਸੋ, ਇੱਦਾਂ ਹੀ ਆ, ਕਿਉਂਕਿ ਅਸੀਂ ਵੀ ਇਨਸਾਨ ਆ, ਅਸੀਂ ਸਾਰੇ ਇਨਸਾਨ ਆ, ਸਾਨੂੰ ਹਰੇਕ ਦੌਰ ਵਿੱਚ ਗੁਜ਼ਰਨਾ ਪੈਂਦਾ। ਪਰਮੇਸ਼ਰ ਸਾਨੂੰ ਬਾਈਬਲ ਦੱਸਦੀ ਆ, ਕਹਿੰਦੇ ਜਿੰਨੀ ਟਾਈਮ ਸੋਨਾ ਜਿਹੜਾ ਅੱਗ ਵਿੱਚ ਤਾਇਆ ਨਹੀਂ ਜਾਂਦਾ, ਉਨੀ ਦੇਰ ਉਹਦੀ ਚਮਕ ਨਹੀਂ ਹੁੰਦੀ, ਉਹਨੂੰ ਚਮਕ ਨਹੀਂ ਮਿਲਦੀ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਸਾਨੂੰ ਦੁੱਖਾਂ ਵਿੱਚ ਭੇਜਦੇ, ਜੇ ਪਰਤਾ ਸਾਡੇ 'ਤੇ ਆਉਂਦਾ ਹੈ, ਜੇ ਅਸੀਂ ਉਸ ਵਿੱਚੋਂ ਨਿਕਲ ਜਾਂਦੇ ਹਾਂ, ਉਸ ਦੁੱਖਾਂ ਵਿੱਚੋਂ ਨਿਕਲ ਜਾਂਦੇ, ਫਿਰ ਦੁੱਖ ਵਿੱਚ ਹੁੰਦੇ ਹੋਏ ਵੀ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਅਸੀਂ ਉਸ ਪਰਤਾਅ ਵਿੱਚੋਂ, ਉਸ ਦੁੱਖ ਵਿੱਚੋਂ ਨਿਕਲ ਜਾਂਦੇ ਹਾਂ ਅਤੇ ਸਾਨੂੰ ਦੁੱਗਣੀ ਬਰਕਤ ਮਿਲਦੀ, ਜਿੱਦਾਂ ਅਯੂਬ ਨਬੀ ਨੂੰ ਮਿਲੀ ਸੀ ਦੁੱਗਣੀ ਬਰਕਤ। ਸਭ ਨੇ ਪੜ੍ਹਿਆ ਨਾ ਅਯੂਬ ਦਾ ਸਬਰ ਸੁਣਿਆ, ਸਭ ਨੇ ਸਟੋਰੀ ਪੜ੍ਹੀ ਹੋਏਗੀ ਉਹਦੇ ਬਾਰੇ, ਹੈ ਨਾ, ਠੀਕ ਹੈ ਜੀ। ਉਹਨੇ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ, ਅਤੇ ਜੋ ਉਸ 'ਤੇ ਦੁੱਖ ਆਇਆ, ਉਹਨੇ ਪਰਮੇਸ਼ਰ ਧੰਨਵਾਦ ਹੀ ਕਿਹਾ। ਹਾਲਾਂਕਿ ਉਹਦੀ ਆਪਣੀ ਪਤਨੀ ਨੇ ਕਿਹਾ ਉਹਨੂੰ ਕਿ ਕਿਸ ਪਰਮੇਸ਼ਰ ਨੂੰ ਤੂੰ ਮਤਲਬ ਕਿ ਧੰਨਵਾਦ ਕਰ ਰਿਹਾ, ਕਿਸ ਪਰਮੇਸ਼ਰ ਦੀ ਗੱਲ ਕਰਦਾ ਤੂੰ? ਕਹਿੰਦੇ ਫਿਟਕਾਰ ਉਹਨੂੰ, ਤੂੰ ਮਰ ਜਾ। ਕਹਿੰਦੇ ਫਿਟਕਾਰ ਤੇ ਉਹਨੂੰ ਮਰ ਜਾ, ਬਸ ਤੂੰ ਹੁਣ ਮਰ ਜਾ। ਕਹਿੰਦਾ ਮਤਲਬ ਕਿ ਅਯੂਬ ਦੀ ਪਤਨੀ ਸ਼ੈਤਾਨ ਸਮਾ ਗਿਆ ਸੀ, ਕਿਉਂਕਿ ਸ਼ੈਤਾਨ ਭੜਕਾ ਰਿਹਾ ਸੀ ਉਹਨੂੰ, ਅਯੂਬ ਨੂੰ। ਉਹ ਚਾਹੁੰਦਾ ਸੀ ਕਿ ਇਹ ਪਰਮੇਸ਼ਰ ਫਿਟਕਾਰੇ ਅਤੇ ਮੈਂ ਜਾ ਕੇ ਪਰਮੇਸ਼ਰ ਨੂੰ ਕਹਾਂਗੀ ਵੀ ਦੱਸ, ਆ ਸੀ ਇਹਦੇ ਬਾਰੇ ਤੂੰ ਕਹਿ ਰਿਹਾ ਸੀ ਵੀ ਮੇਰਾ ਬੰਦਾ ਆ, ਇਹਦੇ ਬਾਰੇ ਤੈਨੂੰ ਮਾਣ ਸੀ, ਦੇਖ ਤੈਨੂੰ ਕੀ ਕਹਿ ਰਿਹਾ, ਹੈ ਨਾ। ਅੱਛਾ, ਆਪਣੀ ਜ਼ਿੰਦਗੀ 'ਚ ਝਾਤੀ ਮਾਰੋ ਤੁਸੀਂ, ਅਤੇ ਸੋਚੋ ਕਿ ਅਸੀਂ ਕਿੱਥੇ ਸਟੈਂਡ ਆ, ਸਾਡਾ ਵਿਸ਼ਵਾਸ ਦਾ ਲੈਵਲ ਕਿੱਥੇ ਕੁ ਤੱਕ ਪਹੁੰਚ ਗਿਆ, ਕੀ ਉਹ ਘਟਿਆ ਤਾਂ ਨਹੀਂ? ਵਧਿਆ ਤਾਂ ਬਹੁਤ ਵਧੀਆ ਗੱਲ ਹੈ, ਪਰ ਫਿਰ ਵੀ ਆਪਣੀ ਜ਼ਿੰਦਗੀ 'ਚ ਝਾਤੀ ਮਾਰੋ ਕਿ ਕੀ ਅਸੀਂ ਸ਼ੈਤਾਨ ਦੀ ਮਰਜ਼ੀ ਤਾਂ ਨਹੀਂ ਪੂਰੀ ਕਰ ਰਹੇ ਗਲਤ ਕੰਮ ਕਰਕੇ, ਜਾਂ ਪਰਮੇਸ਼ਰ ਅਸੀਂ ਦੁਖੀ ਤਾਂ ਨਹੀਂ ਕਰ ਰਹੇ? ਪਰਮੇਸ਼ਰ ਤੋਂ ਮਾਫੀ ਮੰਗੋ। ਦੂਸਰੀ ਆਪਾਂ ਪੜ੍ਹਦੇ ਹਾਂ, ਇੱਥੇ ਲਿਖਿਆ, ਕਹਿੰਦੇ ਜਿਹਦੇ ਕੰਨ ਹਨ ਸੋ ਸੁਣੇ, ਪਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ, ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਬ੍ਰਿਸ਼ ਵਿੱਚੋਂ ਜੋ ਪਰਮੇਸ਼ਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦਵਾਂਗਾ। ਕੀ ਲਿਖਿਆ? ਜਿਹਦੇ ਕੰਨ ਸੋ ਸੁਣੇ। ਕੰਨ ਤਾਂ ਸਾਰਿਆਂ ਦੇ ਆ, ਇੱਥੇ ਬਹੁਤ ਡੀਪ ਮੀਨਿੰਗ ਲਿਖਿਆ, ਕੰਨ ਸਾਰਿਆਂ ਦੇ ਆ। ਮੇ ਵੀ ਸ਼ਾਇਦ ਥੋੜ੍ਹੇ ਬਹੁਤੇ ਹੋਣਗੇ ਜਿਹਨਾਂ ਦੇ ਮਤਲਬ ਕਿ ਕੰਨ ਨਹੀਂ ਹੋਣਗੇ, ਉੱਦਾਂ ਫਿਜ਼ੀਕਲ ਤੌਰ 'ਤੇ ਕੰਨ ਨਹੀਂ ਹੋਣਗੇ, ਪਰ ਕੰਨ ਆਲਮੋਸਟ ਸਾਰਿਆਂ ਦੇ ਹੀ ਆ। ਕਹਿੰਦੇ ਜਿਹਦੇ ਕੰਨ ਹਨ ਸੋ ਸੁਣੇ, ਇਹ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਕੰਨ, ਸੁਣਨ ਵਾਲੇ ਕੰਨ ਹੋਣੇ ਚਾਹੀਦੇ, ਕੰਨ ਉੱਦਾਂ ਲੱਗੇ ਨਹੀਂ ਹੋਣੇ ਚਾਹੀਦੇ, ਸੁਣਨ ਵਾਲੇ, ਵੀ ਜਿਹੜੀ ਪਰਮੇਸ਼ਰ ਦੀ ਗੱਲ ਨੂੰ ਕੈਚ ਕਰਨ ਵਾਲੇ, ਸਮਝੇ। ਐਗਜ਼ਾਮਪਲ ਦੇ ਤੌਰ 'ਤੇ ਮੈਂ ਗੱਲ ਕਰਦੀ ਤੁਹਾਨੂੰ, ਦੇਖੋ ਸਪੋਜ਼ ਤੁਹਾਡੇ ਘਰ ਕੋਈ ਪਾਸਟਰ ਆ ਜਾਂਦਾ, ਚਲੋ ਪਾਸਟਰ ਨਹੀਂ, ਕਿਸੇ ਹੋਰ ਦੀ ਗੱਲ ਕਰਦੇ, ਕੋਈ ਨੋਰਮਲ ਬੰਦਾ ਹੀ ਤੁਹਾਡੇ ਘਰ ਆ ਜਾਂਦਾ, ਅਣਜਾਣ ਕਹਿ ਰਹੀ ਹਾਂ ਮੈਂ, ਤੁਹਾਡੇ ਘਰ ਆ ਜਾਂਦਾ ਅਤੇ ਉਹ ਕਹਿੰਦਾ ਵੀ ਮੈਂ ਪਾਸਟਰ ਹਾਂ। ਪਾਸਟਰ ਤੁਸੀਂ ਕਿਸ ਤਰ੍ਹਾਂ ਪਛਾਣੋਗੇ ਉਹਨੂੰ? ਕਿਸ ਤਰ੍ਹਾਂ ਪਛਾਣੋਗੇ? ਉਹਦੇ ਕੱਪੜਿਆਂ ਤੋਂ ਕੋਈ ਪਛਾਣ ਨਹੀਂ ਹੁੰਦੀ ਹੈਗੀ, ਉਹਦੇ ਬੋਲ ਚਾਲ ਤੋਂ, ਉਹ ਜਦੋਂ ਵਚਨ ਕਰੇਗਾ ਜੇ ਤਾਂ ਉਹ ਵਚਨ ਸਹੀ ਬੋਲੇਗਾ ਜੋ ਬਾਈਬਲ 'ਚ ਲਿਖਿਆ, ਕਿਉਂਕਿ ਸਾਡਾ ਮੇਨ ਟਾਰਗੇਟ ਬਾਈਬਲ ਆ। ਸਾਨੂੰ ਪਰਮੇਸ਼ਰ ਨੇ ਇਹੀ ਵਚਨ ਦਿੱਤਾ, ਸ਼ੈਤਾਨ ਨਾਲ ਲੜਨ ਦਾ, ਔਰ ਤੌਬਾ ਕਰਕੇ ਬਪਤਿਸਮੇ ਬਾਰੇ ਵੀ ਇਹਦੇ ਵਿੱਚ ਹੀ ਦੱਸਿਆ, ਯਿਸੂ ਮਸੀਹ ਬਾਰੇ, ਜੋ ਕਿ ਰਾਹ, ਜਿਹੜਾ ਪ੍ਰਭੂ ਯਿਸੂ ਮਸੀਹ ਕਹਿੰਦੇ ਰਾਹ ਤੇ ਸੱਚਾਈ ਜਿਵੇਂ ਮੈਂ ਹਾਂ,
ਜੋ ਮੇਰੇ ਕੋਲ ਆਉਂਦਾ ਉਹਨੂੰ ਮੈਂ ਕਦੀ ਵੀ ਕੱਢ ਨਹੀਂ ਦਊਂਗਾ। ਅਸੀਂ ਛੱਡ ਕੇ ਚਲ ਜਾਂਦੇ ਹਾਂ। ਸਹੀ ਕਹਿ ਰਹੀ ਹਾਂ ਮੇਰੀ ਅਜ਼ੀਜ਼ੋ, ਗੁੱਸਾ ਨਾ ਕਰਿਓ। ਅਸੀਂ ਛੱਡ ਕੇ ਚਲ ਜਾਂਦੇ ਪ੍ਰਭੂ ਯਿਸੂ ਮਸੀਹ ਨੂੰ ਕਈ ਵਾਰੀ, ਜਦੋਂ ਬਾਅਦ 'ਚ ਫਿਰ ਸਾਨੂੰ ਕਮੀ ਮਹਿਸੂਸ ਹੁੰਦੀ ਹੈ ਨਾ, ਬਾਅਦ 'ਚ ਜਦੋਂ ਸਾਨੂੰ ਧੱਕਾ ਲੱਗਦਾ ਕਿ ਹਾਂ ਹੁਣ ਕੋਈ ਨਹੀਂ, ਫਿਰ ਕਹਿੰਦੇ ਰੱਬਾ ਬਚਾ ਲਾ ਸਾਨੂੰ। ਫਿਰ ਵੀ ਇੰਨਾ ਕੁ ਵਫਾਦਾਰ ਪਰਮੇਸ਼ਰ ਆ ਸਾਡਾ ਕਿ ਇੱਕ ਆਵਾਜ਼ ਮਾਰਨ 'ਤੇ ਆ ਜਾਂਦੇ ਸਾਡੇ ਕੋਲ ਯਿਸੂ ਮਸੀਹ ਸਾਡੇ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦਿੰਦੀ ਹਾਂ ਕਿ ਸੁਣਨ ਬਾਰੇ, ਜਿਹੜਾ ਕਹਿੰਦੇ ਨਾ ਜਿਹੜੇ ਕੰਨ ਹੋਣ ਸੋ ਸੁਣੇ, ਇਹਦੇ ਬਾਰੇ ਇਹਦੀ ਇੱਕ ਐਗਜ਼ਾਮਪਲ ਇਹ ਹੈ। ਦੇਖੋ ਤੁਸੀਂ ਵਚਨ ਪੜ੍ਹ ਰਹੇ ਹੋ, ਕੋਈ ਆ ਗਿਆ ਪਾਸਟਰ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ, ਕਿਉਂਕਿ ਬਾਈਬਲ 'ਚ ਲਿਖਿਆ ਨਾ ਕਿ ਦੋਸ਼ ਨਾ ਲਾਓ, ਤੁਹਾਡੇ 'ਤੇ ਦੋਸ਼ ਲਾਇਆ ਜਾਊਗਾ। ਮੇਰੀ ਇਹ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਕੁਛ ਕਹਿ ਸਕਾਂ, ਠੀਕ ਹੈ ਜੀ। ਅਤੇ ਸਪੋਜ਼ ਸਾਡੇ ਘਰੇ ਕੋਈ ਪਾਸਟਰ ਆਉਂਦਾ, ਔਰ ਪਾਸਟਰ ਉਹ ਕਿਉਂਕਿ ਬਾਈਬਲ ਨੂੰ ਫੋਕਸ ਨਹੀਂ ਕਰੇਗਾ। ਕਹਿਣ ਦਾ ਮਤਲਬ ਹੈ ਕਿ ਵਚਨ ਘੁਮਾ ਫਿਰਾ ਕੇ ਦੱਸੇਗਾ, ਜਿਹੜੀ ਕਿ ਗੱਲ ਬਾਈਬਲ 'ਚ ਨਹੀਂ ਵੀ ਲਿਖੀ ਉਹ ਵੀ ਦੱਸੇਗਾ। ਤਾਂ ਮੇਰੇ ਅਜ਼ੀਜ਼ੋ, ਜੇ ਤਾਂ ਤੁਹਾਡੇ ਕੰਨ ਸੁਣਨ ਵਾਲੇ ਹੋਣਗੇ ਪਰਮੇਸ਼ਰ ਦੇ ਵਚਨਾਂ ਨੂੰ, ਤੁਹਾਡਾ ਦਿਮਾਗ ਉਸ ਵੇਲੇ ਖੜਕੂਗਾ ਕਿ ਇਹ ਕੀ ਕਹਿ ਰਹੇ, ਇਹ ਤਾਂ ਗਲਤ ਦੱਸ ਰਹੇ ਆ। ਇੱਦਾਂ ਦੇ ਕੰਨ ਚਾਹੀਦੇ, ਇੱਦਾਂ ਦੇ ਕਿ ਜਿਹੜੇ ਪਰਮੇਸ਼ਰ ਦੀ ਵਚਨ ਨੂੰ ਕੈਚ ਕਰਨ, ਔਰ ਜੇ ਕੋਈ ਗਲਤ ਦੱਸੇ ਉਸੇ ਵੇਲੇ ਪਤਾ ਲੱਗ ਜਾਵੇ ਇੱਕ ਵਾਰੀ ਸੁਣਨ 'ਤੇ ਕਿ ਹਾਂ ਇਹ ਗਲਤ ਦੱਸ ਰਿਹਾ। ਸਮਝੇ ਮੇਰੀ ਗੱਲ, ਮੈਂ ਕੀ ਕਹਿਣਾ ਚਾਹ ਰਹੀ ਹਾਂ। ਇਹ ਲਿਖਿਆ ਤੇ ਅੱਗੇ ਲਿਖਿਆ ਕਿ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਬ੍ਰਿਸ਼ ਵਿੱਚੋਂ ਖਾਣ ਵਿੱਚੋਂ ਜੋ ਪਰਮੇਸ਼ਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦੇਵਾਂਗਾ। ਕਿਹਨੇ ਜਿੱਤਣਾ ਮੇਰੇ ਅਜ਼ੀਜ਼ੋ? ਅੱਜ ਸਾਰਿਆਂ ਦੀ ਦੌੜ ਲੱਗੀ ਹੋਈ ਹੈ, ਕਿਸੇ ਦੀ ਪੈਸੇ ਪਿੱਛੇ, ਕਿਸੇ ਦੀ ਹੋਰ ਚੀਜ਼ਾਂ ਪਿੱਛੇ, ਔਰ ਜਿਹੜੇ ਪਰਮੇਸ਼ਰ ਦੇ ਬੰਦੇ ਆ ਉਹਨਾਂ ਦੀ ਦੌੜ ਲੱਗੀ ਹੋਈ ਆ ਕਿ ਜਿਹੜਾ ਜੀਵਨ ਦਾ ਮੁਕਟ ਸਾਨੂੰ ਮਿਲਣ ਵਾਲਾ ਉਹ ਸਾਨੂੰ ਮਿਲ ਜਾਵੇ, ਸਾਡਾ ਮੁਕਟ ਕੋਈ ਹੋਰ ਨਾ ਲੈ ਜਾਵੇ। ਉਹ ਅਸਲੀ ਦੌੜ ਆ ਮੇਰੇ ਅਜ਼ੀਜ਼ੋ, ਕਿਉਂਕਿ ਬਾਈਬਲ 'ਚ ਲਿਖਿਆ ਕਹਿੰਦੇ ਧਰਤੀ ਦੀਆਂ ਚੀਜ਼ਾਂ ਦੀ ਤਲਾਸ਼ ਨਾ ਕਰੋ, ਸਵਰਗ ਦੀਆਂ ਚੀਜ਼ਾਂ ਦੀ ਤਲਾਸ਼ ਕਰੋ। ਜੇ ਤੁਹਾਨੂੰ ਕੋਈ ਧਰਤੀ ਚੀਜ਼ ਚਾਹੀਦੀ ਵੀ ਆ, ਕੁਛ ਵੀ ਕਿੱਡੀ ਵੀ ਵੱਡੀ ਹੋਵੇ, ਜਹਾਜ਼ ਤੱਕ ਚਾਹੀਦਾ ਹੋਵੇ, ਹੈ ਨਾ, ਤੁਸੀਂ ਪਵਿੱਤਰ ਆਤਮਾ ਨੂੰ ਭਾਲੋ, ਪ੍ਰਭੂ ਯਿਸੂ ਮਸੀਹ ਨੂੰ ਭਾਲੋ, ਸਵਰਗ ਦੀਆਂ ਚੀਜ਼ਾਂ, ਕਹਿੰਦੇ ਸਵਰਗ ਦੀਆਂ ਚੀਜ਼ਾਂ ਦੀ ਤਲਾਸ਼ ਕਰੋ, ਤਾਂ ਤੁਹਾਡੀ ਧਰਤੀ ਦੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਸੱਚ ਦੱਸਿਆ ਪ੍ਰਭੂ ਯਿਸੂ ਮਸੀਹ ਜੀ ਨੇ, ਕਹਿੰਦੇ ਜਿਹੜਾ ਜਿੱਤਣ ਵਾਲਾ ਹੈ, ਅੱਜ ਯਿਸੂ ਮਸੀਹ ਆ ਜਾਂਦੇ ਆ ਕਿ ਤੁਸੀਂ ਜਾਣ ਸਕਦੇ ਹੋ, ਕਿ ਤੁਸੀਂ ਸਮਝ ਸਕਦੇ ਹੋ ਆਪਣੇ ਆਪ ਨੂੰ ਕਿ ਤੁਸੀਂ ਜਿੱਤ ਸਕੋਗੇ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਪਰਮੇਸ਼ਰ 'ਚ ਪੂਰਾ ਤਾਂ ਕੋਈ ਵੀ ਨਹੀਂ ਹੋ, ਪਰ ਫਿਰ ਵੀ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆਪਣਾ ਚਿਹਰਾ ਜਿਹੜਾ ਦਿਖਾਉਣ ਲਈ ਲਾਇਕ ਹੋਵੋਗੇ, ਕਿ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਹਿ ਸਕੋਗੇ ਕਿ ਮੈਂ ਤੁਹਾਡਾ ਬੱਚਾ ਹਾਂ, ਕਿ ਸਾਨੂੰ ਜੀਵਨ ਦਾ ਮੁਕਟ ਮਿਲੇਗਾ, ਕਿ ਅਸੀਂ ਪਰਮੇਸ਼ਰ ਦੇ ਨਾਲ 1000 ਸਾਲ ਰਾਜ ਕਰਾਂਗੇ। ਆਪਣੇ ਦਿਲ ਦੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਨੂੰ ਖੁਦ ਹੀ ਜਵਾਬ ਮਿਲ ਜਾਏਗਾ। ਅੱਜ ਕਿੰਨਾ ਕੁ ਟਾਈਮ ਅਸੀਂ ਪਰਮੇਸ਼ਰ ਨੂੰ ਦਿੰਦੇ ਹਾਂ? ਅੱਜ ਕਿੰਨਾ ਕੁ ਟਾਈਮ ਅਸੀਂ ਪਰਮੇਸ਼ਰ ਨੂੰ ਦਿੰਦੇ ਹਾਂ? ਜ਼ਿਆਦਾ ਨਹੀਂ, ਤੇ ਸਵੇਰੇ ਉੱਠ ਕੇ ਦੁਆ ਕਰਕੇ, ਬਾਈਬਲ ਪੜ੍ਹ ਕੇ, ਗੀਤ ਗਾ ਕੇ, ਇੱਕ ਅੱਧਾ ਗੀਤ, ਜੇ ਗੀਤ ਨਹੀਂ ਗਾ ਸਕਦੇ ਘੱਟੋ ਘੱਟ ਪ੍ਰਾਰਥਨਾ ਕਰੋ, ਔਰ ਜੇ ਹੋ ਸਕੇ ਤਾਂ ਵਚਨ ਪੜ੍ਹੋ। ਜ਼ਬੂਰ 1, 2, 3 ਇਹ ਸਵੇਰ ਤੇ ਸ਼ਾਮ ਦੋਨਾਂ ਦਾ ਹੀ ਹੈ, ਤੁਸੀਂ ਪੜ੍ਹ ਸਕਦੇ ਹੋ, ਉੱਥੇ ਜਾ ਕੇ ਸਾਰਾ ਕੁਛ ਲਿਖਿਆ, ਬਿਲਕੁਲ ਬੈਸਟ ਆ। ਮਤਲਬ ਪੂਰੀ ਬਾਈਬਲ 'ਚ ਜਿਹੜੇ ਇੱਕ ਸ਼ਬਦ ਆ ਅਨਮੋਲ ਆ ਮੇਰੇ ਸੇ, ਅਨਮੋਲ, ਠੀਕ ਹੈ ਜੀ। ਉਹ ਬਚਨ ਜਿਹੜਾ ਨਾ ਇਹ ਹੁਣ ਤੁਹਾਡੇ ਕੋਲ ਆ, ਹੁਣ ਕੋਈ ਨਹੀਂ ਜਾਣਦਾ ਕਿ ਕਦੋਂ ਸਾਡੇ ਕੋਈ ਬਾਣੀ ਚਲੀ ਜਾਣੀ ਹੈ, ਕਿਉਂਕਿ ਬਾਈਬਲ 'ਚ ਲਿਖਿਆ ਕਿ ਬਾਈਬਲ ਚੱਕੀਆਂ ਜਾਣੀਆਂ, ਬਚਨ ਕਹਿੰਦੇ ਕਾਲ ਪੈ ਜਾਣਾ, ਕਾਲ ਕਿਹਦਾ? ਪਰਮੇਸ਼ਰ ਦੀ ਬਾਣੀ ਦਾ। ਫਿਰ ਸਾਰਿਆਂ ਨੇ ਕਹਿਣਾ ਵੀ ਸਾਨੂੰ ਦੱਸੋ, ਕੋਈ ਲੱਭਣਾ ਨਹੀਂ। ਫਿਰ ਇਸ ਕਰਕੇ ਹੁਣ ਟਾਈਮ ਹੈਗਾ ਆ, ਜਿੰਨਾ ਵਚਨ ਪੜ੍ਹ ਸਕਦੇ ਹੋ, ਜਿੰਨਾ ਕੁ ਯਾਦ ਰੱਖ ਸਕਦੇ ਹੋ ਰੱਖੋ, ਕਿਉਂਕਿ ਅੰਤ ਬਹੁਤ ਨਜ਼ਦੀਕ ਆ। ਸਾਰਿਆਂ ਦੀ ਦੌੜ ਪੈਸਿਆਂ ਵੱਲ ਲੱਗੀ ਹੋਈ ਹੈ, ਪੈਸਾ ਇਹ ਨਾਲ ਲੈ ਜਾਣਾ, ਕਿਸੇ ਨੇ ਨਹੀਂ ਲੈ ਕੇ ਜਾਣਾ 1 ਰੁਪਈਆ ਵੀ। 1
1 ਰੁਪਇਆ ਤੱਕ ਨਹੀਂ ਲੈ ਕੇ ਜਾਣਾ। ਆਪਣਾ ਧਨ ਜੋੜੋ ਨਾ, ਸਵਰਗ 'ਚ ਜੋੜੋ, ਜਿੱਥੇ ਨਾ ਚੋਰ ਸੰਨ ਲਾਉਂਦਾ ਹੈ, ਨਾ ਚੋਰ ਚੋਰੀ ਕਰਦਾ, ਤੇ ਨਾ ਕੋਈ ਵੀ ਖਤਰੇ ਵਾਲੀ ਗੱਲ ਹੁੰਦੀ ਹੈ। ਅਗਲੀ ਕਲੀਸਿਆ ਜਿਹੜੀ ਹੈਗੀ ਆ ਉਹ ਹੈਗੀ ਸਮੁਰਨੇ ਦੀ ਕਲੀਸਿਆ। ਇੱਥੇ ਲਿਖਿਆ, ਇਸ ਕਲੀਸਿਆ ਬਾਰੇ ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਤੇਰੀ ਵਿਪਤਾ ਤੇ ਗਰੀਬੀ ਨੂੰ ਜਾਣਦਾ ਹਾਂ, ਭਾਵੇਂ ਤੂੰ ਧਨਵਾਨ ਹੈ। ਉਹਦੇ ਕੁਫਰ ਨੂੰ ਵੀ, ਜਿਹੜੇ ਆਪਣੇ ਆਪ ਨੂੰ ਯਹੂਦੀਆਂ ਦੱਸਦੇ ਹਨ ਪਰ ਹੈ ਨਹੀਂ। ਮਤਲਬ ਕਿ ਕਹਿਣ ਦਾ ਮਤਲਬ ਕਿ ਜਿਹੜੇ ਆਪਣੇ ਆਪ ਧਰਮੀ ਦੱਸਦੇ ਪਰ ਹੈ ਨਹੀਂ। ਸਗੋਂ ਸ਼ੈਤਾਨ ਦੀ ਮੰਡਲੀ ਉਹਨਾਂ ਵਿੱਚ ਸ਼ੈਤਾਨ ਕੰਮ ਕਰਦਾ ਹੋਣਾ। ਜਿਹੜੇ ਦੁੱਖ ਤੈਂ ਭੋਗਣੇ ਹਨ, ਤੂੰ ਉਹਨਾਂ ਤੋਂ ਨਾ ਡਰੀ। ਦੁੱਖ ਕਹਿਣ ਦਾ ਕਿ ਅੰਤ ਦੇ ਸਮੇਂ ਆ, ਅੰਤ ਦੇ ਸਮੇਂ ਬਾਰੇ ਦੱਸਿਆ ਗਿਆ। ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹ ਰਹੇ ਤੇ ਓਬਵੀਅਸ ਆ ਕਿ ਅੰਤ ਦੇ ਟਾਈਮ ਦੀ ਗੱਲਾਂ 'ਚ ਲਿਖੀਆਂ ਹੋਣਗੀਆਂ। ਕਹਿੰਦੇ ਤੂੰ ਨਾ ਡਰੀ। ਔਰ ਵੈਸੇ ਵੀ ਪਰਮੇਸ਼ਰ ਦੇ ਬੱਚੇ, ਸਾਡੇ ਕੋਲ ਡਰ ਵਾਲਾ ਆਤਮਾ ਨਹੀਂ ਹੋਣਾ ਚਾਹੀਦਾ, ਦਲੇਰੀ ਵਾਲਾ ਆਤਮਾ ਹੋਣਾ ਚਾਹੀਦਾ। ਸਾਡੀ ਦਲੇਰੀ ਕੌਣ? ਪ੍ਰਭੂ ਯਿਸੂ ਮਸੀਹ, ਜਿਹੜਾ ਸਾਨੂੰ ਦਿੰਦਾ ਪਵਿੱਤਰ ਆਤਮਾ, ਜਿਹਨੇ ਸਾਨੂੰ ਗਾਈਡ ਕਰਨਾ ਆਉਣ ਵਾਲੇ ਸਮੇਂ ਵਿੱਚ। ਅੱਗੇ ਲਿਖਿਆ, ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟਣਗੇ। ਭਾਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ 10 ਦਿਨਾਂ ਤੀਕ ਵਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫਾਦਾਰ ਹੋ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ। ਸੁਣੋ ਗੱਲ ਕੀ ਲਿਖੀ ਹੋਈ ਇੱਥੇ, ਪਹਿਲੇ ਦੱਸਦਾ ਆ, ਸੁਣ ਲਓ। ਕਹਿੰਦੇ ਸ਼ੈਤਾਨ ਤੁਹਾਨੂੰ ਕੈਦ ਵਿੱਚ ਪਾ ਸੁੱਟੇਗਾ। ਕਿਉਂ ਪਾਏਗਾ? ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਤੇ ਉਹਨੂੰ ਹੀ ਮੰਨਣਾ। ਸਾਡਾ ਸਿਰ ਸਿਰਫ ਉਹਨਾਂ ਅੱਗੇ ਹੀ ਝੁਕੇਗਾ, ਹੋਰ ਕਿਸੇ ਅੱਗੇ ਨਹੀਂ। ਤੇ ਸ਼ੈਤਾਨ ਨੂੰ ਲੱਗਣੀ ਅੱਗ, ਸ਼ੈਤਾਨ ਨੂੰ ਲੱਗਣੀ ਅੱਗ। ਉਹਨੇ ਹਰੇਕ ਕੋਸ਼ਿਸ਼ ਕਰਨੀ ਆ ਵੀ ਪਰਮੇਸ਼ਰ ਦੇ ਜਿਹੜੇ ਬੱਚੇ ਆ ਉਹ ਉਹਦੇ ਵੱਲ ਖਿੱਚੇ ਜਾਣ, ਉਹਨਾਂ ਤੇ ਉਹ ਆਪਣੀ ਛਾਪ ਲਵਾ ਦੇ, 666 ਦੀ ਛਾਪ ਜਿਹੜੀ ਆ। ਜਦੋਂ ਉਹ ਨਹੀਂ ਮੰਨਣਗੇ ਤਾਂ ਫਿਰ ਉਹਨੂੰ ਕੈਦਖਾਨੇ 'ਚ ਹੀ ਪਾਉਣਾ। ਉਹਨਾਂ ਨੂੰ ਤਸੀਹੇ ਦੇਣੀ 10 ਦਿਨ ਤੱਕ ਵਿਪਤਾ ਰਹੇਗੀ। ਇਹ ਬਾਈਬਲ 'ਚ ਦੱਸਿਆ। ਕਿਹੜੀ ਕਲੀਸਿਆ ਨੂੰ? ਸਮੁਰਨੇ ਦੀ ਕਲੀਸਿਆ ਨੂੰ। ਕਹਿੰਦੇ 10 ਦਿਨ ਤੱਕ ਤੈਨੂੰ ਵਿਪਤਾ ਹੋਏਗੀ। ਤੇ ਕਹਿੰਦੇ ਪਰ ਤੂੰ ਅੰਤ ਤੋੜੀ ਸਹੀ ਤਾਂ ਹੀ ਤੈਨੂੰ ਜੀਵਨ ਦਾ ਮੁਕਟ ਮਿਲੇਗਾ। ਅੰਤ ਤੋੜੀ ਸਹੀ ਮਤਲਬ ਕਿ ਮਰਨ ਤੀਕ ਵਫਾਦਾਰ ਰਹੇ, ਮਰਨ ਤੀਕ। ਅੱਜ ਆਪਣੇ ਦਿਲ 'ਚ ਝਾਤੀ ਮਾਰੋ ਕਿ ਗੱਲ ਕਰਦੇ ਕਿ ਅੱਜ ਜੇ ਸਾਨੂੰ ਕੈਦਖਾਨੇ 'ਚ ਪਾਇਆ ਜਾਵੇ, ਜੇਲ੍ਹਾਂ 'ਚ ਪਾਇਆ ਜਾਵੇ, ਸ਼ੈਤਾਨ ਹੁਣੀ ਆ ਕੇ ਕਹਿਣ ਕਿ ਯਾਰ ਮੈਨੂੰ ਮੰਨ ਜਾਂ ਯਿਸੂ ਮਸੀਹ ਨੂੰ ਮੰਨ, ਯਿਸੂ ਮਸੀਹ ਦਾ ਇਨਕਾਰ ਕਰ, ਕਿ ਤੁਸੀਂ ਉਸ ਚੀਜ਼ ਨੂੰ ਸਹਿਣ ਨੂੰ ਤਿਆਰ ਆ, ਉਸ ਚੀਜ਼ ਨੂੰ ਮਤਲਬ ਕਿ ਫੇਸ ਕਰਨ ਨੂੰ ਤਿਆਰ ਆ ਤੁਸੀਂ? ਤਾਂ ਕੀ ਤੁਸੀਂ ਯਿਸੂ ਮਸੀਹ ਦਾ ਇਨਕਾਰ ਕਰੋਗੇ? ਨਹੀਂ, ਕਦੀ ਵੀ ਨਹੀਂ। ਮੈਂ ਨਹੀਂ ਕਰੂੰਗੀ, ਕਦੀ ਵੀ ਨਹੀਂ। ਮਰਨਾ ਮਨਜ਼ੂਰ ਆ ਪਰ ਯਿਸੂ ਮਸੀਹ ਦਾ ਇਨਕਾਰ ਨਹੀਂ ਕਦੀ ਕਰਾਂਗੇ, ਕਿਉਂਕਿ ਮਰਨਾ ਤਾਂ ਹੈ ਹੀ ਮੇਰੇ ਅਜ਼ੀਜ਼ੋ ਸਾਰਿਆਂ ਨੇ। ਮਰਨਾ ਤਾਂ ਹੈ, ਉਹ ਤਾਂ ਹੈ ਜ਼ਰੂਰ। ਉਹ ਤਾਂ ਬਿਲਕੁਲ ਕਹਿੰਦੇ ਨਾ, ਜ਼ਿੰਦਗੀ ਜਿਹੜੀ ਹੈ ਇਹ ਧੋਖੇਬਾਜ਼ ਆ। ਮੌਤ ਜਿਹੜੀ ਸੱਚਾਈ ਮੌਤ ਆ। ਮਰਨਾ ਤਾਂ ਹੈਗਾ। ਗੱਲ ਕਰਦੇ ਜਿਹੜੇ ਕਿ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ ਆ, ਉਹ ਕਹਿੰਦੇ ਖਨੀ ਅਸੀਂ ਬਚ ਗਏ, ਪਰ ਮੇਰੇ ਅਜ਼ੀਜ਼ੋ ਉਹਨਾਂ ਨੇ ਆਪਣੀ ਜਾਨ ਗਵਾ ਲਈ ਆ ਉਸੇ ਟਾਈਮ। ਜੇ ਉਹ ਯਿਸੂ ਮਸੀਹ ਦਾ ਇਨਕਾਰ ਕਰ ਦਿੰਦੇ ਆ, ਉਹਨਾਂ ਟਾਈਮ ਉਸੇ ਟਾਈਮ ਉਹਨਾਂ ਨੇ ਆਪਣੀ ਜਾਨ ਗਵਾ ਲੈਣੀ ਹੈ। ਕਿੱਦਾਂ? ਸਪਿਰਿਚੁਅਲੀ ਮਤਲਬ ਕਿ ਉਹਨਾਂ ਦੇ ਨਾਲ ਪਰਮੇਸ਼ਰ ਦਾ ਹੋਣਾ ਨਹੀਂ। ਫਿਰ ਸ਼ੈਤਾਨ ਹੁਣੀ ਰਾਜ ਕਰਨਗੇ। ਸ਼ੈਤਾਨ ਤਾਂ ਫਿਰ ਇਨਸਾਨ ਨੂੰ ਚੰਗਾ ਸਮਝਦਾ ਨਹੀਂ ਹੈਗਾ, ਉਹ ਫਿਰ ਉਹਨੂੰ ਮਾਰਨਾ ਚਾਹੁੰਦਾ, ਗੁਲਾਮ ਬਣਾਉਣਾ ਚਾਹੁੰਦਾ ਇਨਸਾਨ ਨੂੰ। ਤੇ ਜਿਹੜਾ ਧਰਮੀ ਬੰਦਾ ਯਿਸੂ ਮਸੀਹ ਦਾ ਇਕਰਾਰ ਕਹੇਗਾ ਕਿ ਨਹੀਂ, ਮੈਨੂੰ ਪਹਿਲ ਜਿਹੜੀ ਹੈ ਯਿਸੂ ਮਸੀਹ ਨੂੰ ਆ, ਤੇ ਮੈਂ ਯਿਸੂ ਮਸੀਹ ਹੀ ਮੇਰਾ ਸਭ ਕੁਛ ਆ, ਮੈਂ ਉਹਨੂੰ ਛੱਡ ਨਹੀਂ ਸਕਦਾ। ਸ਼ੈਤਾਨਾਂ ਦਫਾ ਦੂਰ ਹੋ ਮੇਰੇ ਤੋਂ। ਇੰਨੀ ਗੱਲ ਧਰਮੀ ਬੰਦਾ ਇੱਕ ਜਿਹੜਾ ਕਹੇਗਾ ਨਾ, ਮੇਰੇ ਜੋ ਮਰ ਵੀ ਜਾਵੇ ਨਾ ਤਾਂ ਵੀ ਉਹ ਜੀ ਉੱਠੇਗਾ। ਕਦੋਂ? ਸਵਰਗ ਵਿੱਚ ਜਾਏਗਾ ਉਹ ਮੇਰੇ ਸਵਰਗ ਵਿੱਚ। ਅੱਜ ਕਈ ਲੋਕ ਜਿਹੜੇ ਹੈਗੇ ਵੀ ਮਾਰੇ ਭਟਕੇ ਫਿਰਦੇ ਆ, ਕਹਿੰਦੇ ਰੱਬ ਮਤਲਬ ਕਿ ਅਸੀਂ ਲੱਭਣਾ ਆ, ਕਹਿਣਾ ਕਿ ਕਦੀ ਬਾਬਿਆਂ ਕੋਲ ਕਦੀ ਕਿਤੇ ਤੁਰੇ ਫਿਰਦੇ ਪਏ ਆ। ਜ਼ਿੰਦਾ ਪਰਮੇਸ਼ਰ ਨੂੰ ਛੱਡ ਕੇ ਬਾਬਿਆਂ ਦੇ ਮਗਰ ਤੁਰਦੇ ਆ।
मेरा ही कहना कि तुसी वापस मुड़ियो यीशु मसीह को, क्योंकि राह सच्चाई जीवन यीशु मसीह है। कोई भी स्वर्ग विच प्रभु यीशु मसीह तो इलावा परमेश्वर तक नहीं पहुँच सकता, नहीं पहुँच सकता। इस करके मैं तुहाडे अगे मिन्नत फरियाद करदी हां कि अज प्रभु यीशु मसीह दा हत्थ फड़ लो। तुहाडे अगे दो रास्ते रखते हैं प्रभु यीशु मसीह ने, सच्चाई दा ते बुराई दा। तुहाडी मर्जी तुसीं किहड़ा चुनना। जे तुसीं सदा दी नरक दी जिंदगी 'च जाना चाहुंदे हो तो कोई गल नहीं, फिर बुराई दा रास्ता तो हैगा ही है, वो तो बड़ा ईजी है। ईजी किद्दां? क्योंकि बुराई दा रास्ता इस तरह ईजी है कि शैतान होनी कहंदे आ कि अपनी मर्जी कर, जो मर्जी कर, जो तेनों सही लगदा तू कर। नहीं दुआ करनी ना कर, वधिया समा ना कर, की करना दुआ करके। तो सच्चाई दा रास्ता जिहड़ा वो सही आ, हैगा थोड़ा जिहा कठिन हैगा, पर तुहानूं स्वर्ग वल लै जाएगा। सारा मेरे कहण दा मतलब ये है कि जिहड़ा स्वर्ग च मुकट मिलना ना, वो तुहानूं उत्थे मिलेगा। ते उत्थे ना कोई रोना, कोई दुख नहीं होवेगा, ते परमेश्वर अपने लोकां दे अखां चों अंजू पूंझ देगा। वो टाइम कितना वधिया होएगा, बहुत वधिया टाइम होएगा जे असीं स्वर्ग च होवांगे, अपने परमेश्वर दे नाल 1000 साल राज करांगे जे असीं। ते शैतान हुणी जाणगे उदों नरक च। ते ਜਿਹੜੇ ਉਹਨੂੰ ਮੰਨਦੇ ਆ, ਜਿਹੜੇ ਤੇ ਬੱਚੇ शैतान ਦੇ ਬੱਚੇ ਆ, ਉਹ ਫਿਰ ਜਾਣਗੇ ਨਰਕ 'ਚ ਸਦਾ ਦੀ ਪਨਿਸ਼ਮੈਂਟ ਲਈ, ਸਦਾ ਦੀ ਸਜ਼ਾ ਲਈ ਨਰਕ ਵਿੱਚ। ਉੱਥੇ ਅੱਗ ਬਲਦੀ ਆ, ਉਹ ਜਿਹੜੀ ਬੁੱਝਦੀ ਨਹੀਂ ਹੈਗੀ। ਤਾਂ ਉੱਥੇ ਰੂਹਾਂ ਜਿਹੜੀਆਂ ਸ਼ੈਤਾਨ ਲੈ ਗਿਆ ਆ, ਜਿਹੜੇ ਸ਼ੈਤਾਨ ਦੇ ਬੱਚੇ ਆ, ਜਿਹੜੇ ਸ਼ੈਤਾਨ ਨੂੰ ਆਪਣਾ ਬਾਪ ਕਹਿੰਦੇ ਆ, ਉਹ ਉੱਥੇ ਜਾਣਗੇ ਨਰਕ ਵਿੱਚ। ਅਤੇ ਉਹਨਾਂ ਦੀ ਜਿਹੜੀ ਆਤਮਾ ਨਾ ਮਰਨੀ ਨਹੀਂ ਹੈਗੀ, ਉਹਨਾਂ ਨੂੰ ਇੱਦਾਂ ਲੱਗਣਾ ਕਿ ਅਸੀਂ ਮਰ ਚੱਲੇ ਹਾਂ, ਪਰ ਮਰਨੀ ਨਹੀਂ ਉੱਥੇ, ਕਿ ਉਹ ਰੂਹ ਕਦੀ ਮਰਦੀ ਥੋੜ੍ਹੀ ਹੁੰਦੀ ਹੈ। ਠੀਕ ਹੈ ਨਾ, ਸਮਝ ਰਹੇ ਮੈਂ ਕੀ ਕਹਿ ਰਹੀ ਤੁਹਾਨੂੰ। ਇਸ ਕਰਕੇ ਮੇਰੇ ਅਜ਼ੀਜ਼ੋ, ਸਮੇਂ ਬਹੁਤ ਨਜ਼ਦੀਕ ਆ, ਬਹੁਤ ਸਮੇਂ ਨਜ਼ਦੀਕ ਆ। ਆਪਣੇ ਆਪ ਨੂੰ ਬਦਲੋ, ਤੌਬਾ ਕਰੋ, ਅਤੇ ਆਪਣੇ ਆਪ ਨੂੰ ਦੇਖੋ ਕਿ ਕਿਹੜੀ ਕਲੀਸਿਆ ਵਿੱਚ ਤੁਸੀਂ ਫਿੱਟ ਹੋ ਰਹੇ ਹੋ। ਜਿਹੜੀ ਪ੍ਰਕਾਸ਼ ਦੀ ਪੋਥੀ 2 ਬਾਬ 'ਚ ਲਿਖਿਆ, ਜੇ ਤਾਂ ਤੁਸੀਂ ਧਰਮੀਆਂ ਦੇ ਕੰਮ ਕਰਦੇ ਆ ਤੇ ਤੁਹਾਨੂੰ ਬਰਕਤ ਫੇਰ ਵੀ ਨਹੀਂ ਮਿਲ ਰਹੀ, ਤਾਂ ਸੋਚੋ ਕਿਹੜਾ ਕੰਮ ਰਹਿ ਗਿਆ ਤੁਹਾਡਾ, ਕਿਹੜਾ ਗੁਨਾਹ ਹੋ ਗਿਆ ਤੁਹਾਡੇ ਤੋਂ ਜਿਹੜਾ ਤੁਹਾਨੂੰ ਬਰਕਤ ਨਹੀਂ ਮਿਲ ਰਹੀ ਹੈਗੀ। ਤੇ ਜੇ ਤੁਸੀਂ ਪਰਮੇਸ਼ਰ ਨਾਲ ਜਿੱਦਾਂ ਪਹਿਲਾ ਟਾਈਮ ਦਿੰਦੇ ਸੀ, ਦੁਆ ਕਰਦੇ ਸੀ, ਉੱਦਾਂ ਟਾਈਮ ਨਹੀਂ ਦਿੰਦੇ ਆ, ਤੇ ਮੇਰੇ ਅਜ਼ੀਜ਼ੋ ਤੁਸੀਂ ਹੈਗੇ ਅਫਸੋਸ ਦੀ ਕਲੀਸਿਆ ਵਾਲੇ ਆ ਤੁਸੀਂ, ਜਿਹੜੇ ਪਰਮੇਸ਼ਰ ਨੂੰ ਪਹਿਲਾਂ ਤੇ ਪਿਆਰ ਕਰ ਲਿਆ, ਬਾਅਦ 'ਚ ਛੱਡ ਦਿੱਤਾ। ਇੱਦਾਂ ਨਹੀਂ ਹੋਣਾ। ਅਤੇ ਦੂਸਰਾ ਹੈਗਾ ਸਮੁਰਨੇ ਦੀ ਕਲੀਸਿਆ ਨੂੰ, ਉਹਦੇ ਵਿੱਚ ਪ੍ਰਭੂ ਯਿਸੂ ਦੱਸ ਰਹੇ ਆ, ਕਹਿੰਦੇ ਕਿ ਤੁਹਾਨੂੰ ਸ਼ੈਤਾਨ ਫੜ ਕੇ ਜੇਲ੍ਹਾਂ 'ਚ ਪਾ ਦੇਗਾ, ਕਹਿੰਦੇ ਪਰ ਤੂੰ ਡਰਨਾ ਨਹੀਂ, ਅਤੇ ਅੰਤ ਤੋੜੀ ਸਹਿਣਾ, ਤਾਂ ਫੇਰ ਤੈਨੂੰ ਜੀਵਨ ਦਾ ਮੁਕਟ ਮਿਲੇਗਾ। ਇੱਥੇ ਅੱਗੇ ਫੇਰ ਲਿਖਿਆ ਹੋਏਗਾ, ਕਹਿੰਦੇ ਜਿਹਦੇ ਕੰਨ ਹਨ ਸੋ ਸੁਣੇ। ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ? ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਤੋਂ ਉਹਦਾ ਕਦੇ ਵਿਗਾੜ ਨਾ ਹੋਵੇਗਾ। ਦੂਜੀ ਮੌਤ ਕਿਹੜੀ ਹੈ ਜੀ? ਹਾਲੇਲੂਇਆ। ਦੂਜੀ ਮੌਤ ਕਿਹੜੀ ਹੈ? ਮੈਨੂੰ ਇਸੇ ਦੱਸਿਓ ਜ਼ਰੂਰ। ਦੂਜੀ ਮੌਤ ਹੈਗੀ ਆ ਨਰਕ ਦੀ ਸਜ਼ਾ। ਨਰਕ ਦੀ ਸਜ਼ਾ। ਉੱਥੇ ਬੰਦਾ ਮਰਦਾ ਨਹੀਂ ਹੈਗਾ ਉੱਥੇ ਬੰਦਾ, ਪਰ ਉੱਥੇ ਇੱਦਾਂ ਲੱਗਦਾ ਜਿੱਦਾਂ ਮਰਨ ਹੋਣੀ, ਬਸ ਖਤਮ, ਪਰ ਮਰਦਾ ਨਹੀਂ ਬੰਦਾ ਉੱਥੇ ਅਲੱਗ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਆ। ਤਸੀਹੇ ਕਹਿਣ ਦਾ ਮਤਲਬ ਕਿ ਨਰਕ ਮੈਂ ਵੀ ਨਹੀਂ ਦੇਖਿਆ ਹੈਗਾ ਨਾ ਸੁਪਨੇ 'ਚ। ਹਾਂ, ਮੈਂ ਸਵਰਗ ਜ਼ਰੂਰ ਦੇਖਿਆ ਆ, ਪਰ ਇੱਦਾਂ ਹੈ ਕਿ ਨਰਕ ਵਿੱਚ ਸਿਰਫ ਇੱਕ ਆਪਾਂ ਇਹੀ ਮੰਨ ਸਕਦੇ ਹਾਂ ਕਿ ਅੱਗ ਬਲਦੀ ਪਈ ਆ, ਇੱਕ ਅਲੱਗ ਹੀ ਦੁਨੀਆ ਆ ਉਹ। ਉੱਥੇ ਤਰ੍ਹਾਂ ਦੇ ਜਾਨਵਰ ਵਰਗੇ ਮੂੰਹ ਵਾਲੇ ਬੰਦੇ, ਹੈ ਨਾ, ਇੱਦਾਂ ਦੇ ਮਤਲਬ ਕਿ ਸ਼ੈਤਾਨੀ ਲੋਕ ਜਿਹੜੇ ਤੁਰੇ ਫਿਰਦੇ ਪਏ ਆ, ਅਤੇ ਅੱਗ ਬਲਦੀ ਪਈ ਹੈ, ਅਤੇ ਅੱਗ ਵਿੱਚ ਸੜਨ ਦੇ ਆ। ਬਸ ਇਹੀ ਆ ਕੋਸ਼ਿਸ਼ ਮੇਰੀ ਅਸੀਂ ਇਹੀ ਰੱਖੋ ਤੁਸੀਂ ਕਿ ਸਵਰਗ 'ਚ ਜਾਣਾ, ਪਰ ਇਹਦਾ ਰਾਸਤਾ ਸੌਖਾ ਨਹੀਂ ਹੈ।
ਆਪਣੀਆਂ ਖੁਸ਼ੀਆਂ ਮਾਰ ਕੇ ਪਰਮੇਸ਼ਰ ਨੂੰ ਪਹਿਲ ਦੇਣੀ ਸੌਖੀ ਗੱਲ ਨਹੀਂ ਹੈ। ਅੱਜ ਜੇਕਰ ਤੁਹਾਡੇ ਜੀਵਨ 'ਚ ਪਾਪ ਹੈ ਮੇਰੇ ਅਜ਼ੀਜ਼ੋ, ਤੁਹਾਨੂੰ ਅੱਜ ਹੀ ਇਸ ਮਸੀਹ ਦੇ ਨਾਂ 'ਤੇ ਕੈਂਸਲ ਕਰੋ, ਕਿਉਂਕਿ ਮੇਰੇ ਅਜ਼ੀਜ਼ੋ ਸਾਡੇ ਕੋਲ ਟਾਈਮ ਹੈ। ਭਾਈ ਦੇਵੇ ਕੱਲ੍ਹ ਨੂੰ ਯਿਸੂ ਮਸੀਹ ਆ ਜਾਂਦੇ ਆ, ਅਸੀਂ ਕਹਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਲੋਕਡਾਊਨ ਲੱਗਾ ਸੀ ਤੇ ਆ ਬਿਮਾਰੀ ਨੇ ਸਾਨੂੰ ਤੰਗ ਕੀਤਾ ਹੋਇਆ ਸੀ, ਨਾ ਕੁਝ ਖਾਣ ਨੂੰ, ਨਾ ਕੁਝ ਪਹਿਨਣ ਨੂੰ, ਫਲਾਨਾ ਢਿਮਕਣਾ, ਹੈ ਨਾ। ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਹਿਣਾ, ਕਹਿੰਦੇ ਜੇ ਲੋਕਡਾਊਨ ਲੱਗਾ ਸੀ ਤੇ ਦੁਆ ਕਾਹਤੇ ਨਹੀਂ ਕੀਤੀ, ਤੂੰ ਵਚਨ ਕਾਹਤੇ ਨਹੀਂ ਪੜ੍ਹਿਆ। ਸਾਡੀ ਹੀ ਗਲਤੀ ਹੈ, ਕਿਉਂਕਿ ਪਰਮੇਸ਼ਰ ਨੂੰ ਛੱਡ ਕੇ ਅਸੀਂ ਹੋਰ ਕੰਮਾਂ ਨੂੰ ਟਾਈਮ ਹੈਗਾ ਸਾਡੇ ਤੋਂ, ਪਰਮੇਸ਼ਰ ਲਈ ਟਾਈਮ ਨਹੀਂ ਹੈਗਾ ਸਾਡੇ ਤੋਂ, ਹੈ ਗਲਤ ਆ। ਪਰਮੇਸ਼ਰ ਨੂੰ ਟਾਈਮ ਦੇਣਾ ਹੈ। ਔਰ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦਿੰਦੀ ਹਾਂ ਕਿ ਦੁਨਿਆਵੀ ਪਿਆਰ ਵੱਲ ਨਾ ਜਾਓ। ਤੁਹਾਡੇ ਘਰ ਦਾ ਪਿਆਰ, ਤੁਹਾਡੇ ਮਾਂ-ਬਾਪ ਹੈ ਨਾ, ਮੈਂ ਨਹੀਂ ਕਹਿੰਦੀ ਕਿ ਉਹਨਾਂ ਨੂੰ ਤੁਸੀਂ ਪਿਆਰ ਨਾ ਕਰੋ, ਪਿਆਰ ਕਰੋ, ਪਰ ਆਪਣੀ ਪਹਿਲ ਜਿਹੜੀ ਯਿਸੂ ਮਸੀਹ ਨੂੰ ਦਿਓ। ਔਰ ਇੱਕ ਗੱਲ ਹੋਰ, ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਝਾਤੀ ਮਾਰੋ, ਆਪਣੀ ਫੈਮਿਲੀ 'ਚ ਝਾਤੀ ਮਾਰੋ, ਆਪਣੇ ਆਂਢ ਗੁਆਂਢ, ਆਪਣੇ ਰਿਸ਼ਤੇਦਾਰਾਂ ਵਿੱਚ, ਆਪਣੇ ਦੋਸਤਾਂ ਵਿੱਚ ਝਾਤੀ ਮਾਰੋ, ਮੈਨੂੰ ਇੱਕ ਵੀ ਬੰਦਾ ਇੱਦਾਂ ਦਾ ਦੱਸ ਦਿਓ ਜਿਹੜਾ ਬੇਮਤਲਬ ਪਿਆਰ ਕਰਦਾ ਹੋਵੇ। ਬੇਮਤਲਬ, ਜੇ ਤੁਸੀਂ ਕਹੋਗੇ ਕਿ ਮਾਂ ਬੇਮਤਲਬ ਪਿਆਰ ਕਰਦੀ ਆ ਤਾਂ ਸੱਚੀ ਦੱਸਿਓ ਕਿ ਸੱਚੀ ਹੈ ਇਹ। ਬਿਲਕੁਲ ਸੱਚ, ਕਦੀ ਨਹੀਂ। ਮਾਂ ਦਾ ਪਿਆਰ ਬਹੁਤ ਬਹੁਤ ਵੱਡਾ ਆ। ਮੈਂ ਮੰਨਦੀ ਮਾਂ ਬਹੁਤ ਪਿਆਰ ਕਰਦੀ ਆਪਣੇ ਬੱਚਿਆਂ ਨੂੰ, ਬਾਪ ਵੀ ਬਹੁਤ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ। ਪਰ ਦੇਖੋ ਗੱਲ ਕਰਦੇ ਆ, ਇੱਕ ਆਪਾਂ ਮਾਂ ਦੀ ਗੱਲ ਕਰਦੇ, ਮਾਂ ਨੂੰ ਆਸ ਹੁੰਦੀ ਬੱਚਿਆਂ ਤੋਂ ਕਿ ਹਾਂ ਮੇਰਾ ਬੱਚਾ ਵੱਡਾ ਹੋ ਕੇ ਕਮਾਵੇਗਾ ਤੇ ਮੈਨੂੰ ਬੁਢਾਪੇ 'ਚ ਦੇਖੇਗਾ। ਸੇਮ ਹੋਏ ਬਾਪ ਲਈ ਵੀ ਆ। ਗੱਲ ਕਰਦੇ ਤੇ ਯਿਸੂ ਮਸੀਹ ਦਾ ਪਿਆਰ, ਯਿਸੂ ਮਸੀਹ ਦੇ ਪਿਆਰ ਨਾਲ ਸਾਨੂੰ ਕੀ ਮਤਲਬ ਆ, ਜਾਂ ਯਿਸੂ ਮਸੀਹ ਨੂੰ ਸਾਡੇ ਤੋਂ ਕੀ ਮਤਲਬ ਆ। ਕੋਈ ਮਤਲਬ ਨਹੀਂ, ਕੋਈ ਵੀ ਮਤਲਬ ਨਹੀਂ। ਮੈਂ ਕਹਿੰਦੀ ਇਸ ਧਰਤੀ 'ਤੇ ਇੱਦਾਂ ਦਾ ਪਿਆਰ ਕੋਈ ਹੈ ਹੀ ਨਹੀਂ ਜਿੱਦਾਂ ਦਾ ਯਿਸੂ ਮਸੀਹ ਨੇ ਕੀਤਾ ਸਾਡੇ ਨਾਲ। ਇੱਦਾਂ ਦਾ ਕੋਈ ਪਿਆਰ ਨਹੀਂ ਹੈ ਮੇਰੇ ਅਜ਼ੀਜ਼ੋ, ਹੈ ਹੀ ਨਹੀਂ। ਮੈਨੂੰ ਦੱਸ ਦਿਓ, ਇੱਕ ਵੀ ਦੱਸ ਦੂੰਗੇ ਨਾ, ਮੈਂ ਮੰਨ ਜਾਊਂਗੀ ਕਿ ਹਾਂ ਨਹੀਂ ਮੈਂ ਗਲਤ ਆ, ਕਿ ਯਿਸੂ ਮਸੀਹ ਵਰਗਾ ਪਿਆਰ ਹੈਗਾ ਹੋਰ ਕਿਤੇ ਵੀ ਹੈ ਨਹੀਂ, ਕਿਤੇ ਵੀ ਪਿਆਰ ਮੇਰੇ ਅਜ਼ੀਜ਼ੋ। ਮੈਂ ਬਿਲਕੁਲ 110% ਸ਼ੋਰ ਹਾਂ, ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਖੁਦ। ਪ੍ਰਭੂ ਯਿਸੂ ਮਸੀਹ ਦਾ ਪਿਆਰ ਬਹੁਤ 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 ਵੱਡਾ ਆ, ਬਹੁਤ ਜ਼ਿਆਦਾ ਪਿਆਰ ਕੀਤਾ ਉਹਨਾਂ ਨੇ। ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਬਹੁਤ ਪਿਆਰ ਕੀਤਾ, ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ। ਤੀਜੇ ਦਿਨ ਜੀ ਉੱਠ ਕੇ ਸਵਰਗ ਵਿੱਚ ਚਲੇ ਗਏ। ਉਹਨਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ। ਕੀ ਕੰਮ ਸੀ ਉਹਨਾਂ ਦਾ ਇਹ ਕੰਮ ਕੀਤਾ ਕਿ ਪਰਮੇਸ਼ਰ ਵਿੱਚ ਤੇ ਸਾਡੇ ਵਿੱਚ ਜਿਹੜੀ ਖੱਡ ਸੀ ਨਾ, ਉਹ ਖਤਮ ਕਰਤੀ। ਸਾਡੇ ਤੇ ਪਰਮੇਸ਼ਰ ਵਿੱਚ ਪੜਦਾ ਸੀ, ਉਹ ਉਹਨਾਂ ਨੇ ਹਟਾ ਦਿੱਤਾ। ਕਹਿੰਦਾ ਬਲਕਿ ਸਾਡਾ ਪਰਮੇਸ਼ਰ ਨਾਲ ਮੇਲ ਕਰਵਾਇਆ ਉਹਨਾਂ ਨੇ। ਤੇ ਅੱਜ ਸਾਡੀ ਕੀ ਜ਼ਿੰਮੇਵਾਰੀ ਹੈ? ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਬਸ ਖਾ ਲਿਆ ਪੀ ਲਿਆ ਤੇ ਸੌ ਲਿਆ ਤੇ ਬਸ ਠੀਕ ਆ। ਨਹੀਂ ਮੇਰੇ ਜੀਜ਼ੋ, ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਸਿਰ 'ਤੇ ਹੈ। ਜੇ ਅਸੀਂ ਉਸ ਜ਼ਿੰਮੇਵਾਰੀ ਤੋਂ ਭੱਜਾਂਗੇ ਤੇ ਪਰਮੇਸ਼ਰ ਨੇ ਸਾਡੇ ਕੋਲ ਹਿਸਾਬ ਲੈਣਾ, ਹਰ ਇੱਕ ਦਿਨ ਦਾ, ਇੱਕ ਇੱਕ ਸਾਹ ਦਾ ਹਿਸਾਬ ਲੈਣਾ। ਜਿਹੜੇ ਤਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਆ, ਨਿਭਾਉਂਦੇ ਆ, ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਤਾਂ ਲੈ ਕੇ ਜਾਣਗੇ। ਬਾਕੀ ਇੱਥੇ ਰਹਿ ਜਾਣੇ, ਬਾਕੀ ਇੱਥੇ ਰਹਿ ਜਾਣੇ ਫਿਰ। ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਚੰਗਾ ਸੋਚਦੇ। ਦੇਖੋ ਤੁਸੀਂ ਗੱਲ ਕਰਦੇ ਆ ਨਾ, ਦੇਖੋ ਗੱਲ ਇੱਦਾਂ ਆ ਕਿ ਅਸੀਂ ਆਪਣੇ ਲਈ ਗੁੱਡ ਸੋਚਦੇ ਹਾਂ, ਚੰਗਾ ਸੋਚਦੇ ਆਪਣੇ ਲਈ, ਹੈ ਨਾ। ਪਰ ਸਾਨੂੰ ਨਹੀਂ ਪਤਾ ਸਾਡੇ ਲਈ ਚੰਗਾ ਹੁੰਦਾ ਜਾਂ ਨਹੀਂ ਮਾੜਾ ਹੁੰਦਾ। ਉਹ ਪ੍ਰਭੂ ਯਿਸੂ ਮਸੀਹ ਨੂੰ ਪਤਾ। ਅਗਰ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਇਹੀ ਸਮਝੋ ਕਿ ਪਰਮੇਸ਼ਰ ਦੀ ਹੀ ਮਰਜ਼ੀ ਹੈ, ਸਾਡੇ ਲਈ ਇਸ ਤੋਂ ਵੀ ਵਧੀਆ ਚੀਜ਼ ਆਏਗੀ। ਸਮਝ ਰਹੇ ਹੋ ਮੇਰਾ ਪੁਆਇੰਟ ਆਫ ਵਿਊ? ਮੈਂ ਕੀ ਕਹਿ ਰਹੀ ਹਾਂ। ਹਰੇਕ ਹਾਲ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੋ। ਇਹ ਤੇ ਆਹ ਦੇਖ ਲਓ ਤੁਸੀਂ, ਬਿਮਾਰੀ ਕਿੰਨੀ ਫੈਲ ਰਹੀ ਆ ਤੇ ਕਿੰਨੇ ਲੋਕੀ ਮਰ ਰਹੇ, ਤੇ ਤੁਹਾਡਾ ਫਰਜ਼ ਨਹੀਂ ਬਣਦਾ ਕਿ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਤੁਸੀਂ ਸਹੀ ਸਲਾਮਤ ਆ, ਇਸ ਬਿਮਾਰੀ ਤੋਂ ਬਚੇ ਹੋਏ ਆ। ਸਾਡਾ ਫਰਜ਼ ਬਣਦਾ, ਕਿਉਂਕਿ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਦਿੱਤੀ ਆ। ਅਸੀਂ ਬੇਸ਼ਕੀਮਤੀ ਹਾਂ ਪਰਮੇਸ਼ਰ ਦੀ ਨਜ਼ਰਾਂ ਵਿੱਚ, ਬੇਸ਼ਕੀਮਤੀ ਹਾਂ। ਠੀਕ ਹੈ ਜੀ। ਤੇ ਮੇਰਾ ਇਹੀ ਮੈਂ ਕਹਿਣਾ ਕਿ ਪਰਮੇਸ਼ਰ 'ਤੇ ਵਿਸ਼ਵਾਸ ਰੱਖੋ, ਉਹਨੂੰ ਪਿਆਰ ਕਰੋ, ਔਰ ਕੀ
ਤੁਸੀਂ ਦੱਸੋ। ਔਰ ਇਹ ਕਿ ਪਰਮੇਸ਼ਰ ਦੇ ਰਾਜ ਦੀ ਉਡੀਕ ਕਰੋ ਔਰ ਇਹ ਇੰਨਾ ਕੁ ਆਪਣਾ ਸਟੈਂਡ ਲੈ ਲਓ ਕਿ ਤੁਸੀਂ ਪਰਮੇਸ਼ਰ ਨੂੰ ਮੂੰਹ ਦਿਖਾ ਸਕੋ ਔਰ ਕਹਿ ਸਕੋ ਕਿ ਹਾਂ ਮੈਂ ਪਰਮੇਸ਼ਰ ਤੁਹਾਡਾ ਬੱਚਾ ਆ। ਮਤਲਬ ਕਿ ਪਰਮੇਸ਼ਰ ਦੀਆਂ ਨਜ਼ਰਾਂ 'ਚ ਤੁਸੀਂ ਧਰਮੀ ਹੋਣੇ ਚਾਹੀਦੇ ਆ। ਠੀਕ ਹੈ ਜੀ, ਅੱਜ ਦਾ ਮੇਰਾ ਇਹੀ ਵਚਨ ਸੀ ਅਤੇ ਪਰਮੇਸ਼ਰ ਦੇ ਨਾਮ ਨੂੰ ਧੰਨਵਾਦ। ਕਿਉਂਕਿ ਮੇਰੇ ਸੀਸੋ ਮੈਂ ਕੁਛ ਲਿਖਦੀ ਨਹੀਂ ਹੂੰ, ਜਿੱਦਾਂ ਮਤਲਬ ਕਿ ਲਿਖਦੀ ਨਹੀਂ, ਕੁਛ ਨਹੀਂ ਹੈਗੀ। ਮੈਂ ਜਸਟ ਬਾਈਬਲ ਕੱਢੀ, ਜੋ ਪਰਮੇਸ਼ਰ ਨੇ ਮੇਰੇ ਮੂੰਹ 'ਚੋਂ ਗੱਲ ਕੱਢੀ ਉਹੀ ਮੈਂ ਬੋਲ ਦਿੰਦੀ ਹਾਂ। ਮੈਂ ਕਿਤੇ ਕੁਛ ਨਹੀਂ, ਕੋਈ ਨੋਟਸ ਨਹੀਂ ਹੁੰਦੇ ਮੇਰੇ, ਸਿਰਫ ਬਾਈਬਲ ਮੇਰੇ ਸਾਹਮਣੇ ਹੁੰਦੀ, ਬਾਈਬਲ ਮੈਂ ਪੜ੍ਹਦੀ ਹਾਂ ਬਸ, ਹੋਰ ਕੁਛ ਨਹੀਂ, ਹੋਰ ਕੋਈ ਨੋਟਸ ਨਹੀਂ ਮੈਂ ਬਣਾਉਂਦੀ। ਕਿਉਂਕਿ ਦੇਖੋ ਮੇਰੇ ਸੀਸੋ ਇੱਦਾਂ ਨਾ ਕਿ ਮੈਂ ਆਪਣੇ ਆਪ ਨੂੰ ਪਰਮੇਸ਼ਰ ਦੇ ਹਵਾਲੇ ਕਰ ਦਿੰਦੀ ਹਾਂ ਜਦੋਂ ਵੀਡੀਓ ਬਣਾਉਂਦੀ ਹਾਂ। ਕਿਉਂਕਿ ਮੈਂ ਨਾ ਹੋਵਾਂ, ਮੇਰੇ ਵਿੱਚ ਮੇਰਾ ਯਿਸੂ ਬੋਲੇ। ਠੀਕ ਹੈ ਜੀ, ਪਰਮੇਸ਼ਰ ਧੰਨਵਾਦ ਆ। ਅਤੇ ਅੱਜ ਦਾ ਸਮਾਂ ਅਸੀਂ ਪਰਮੇਸ਼ਰ ਦੇ ਹੱਥ ਵਿੱਚ ਦੇ ਦਿੰਦੇ ਹਾਂ। ਧੰਨਵਾਦ ਕਰਦੇ ਹਾਂ ਕਿ ਸਾਨੂੰ ਇਸ ਮਹਾਂਮਾਰੀ ਤੋਂ ਬਚਾ ਕੇ ਰੱਖਿਆ ਔਰ ਆਉਣ ਵਾਲੇ ਸਮਿਆਂ ਵਿੱਚ ਵੀ ਸਾਨੂੰ ਬਚਾ ਕੇ ਰੱਖੇ ਔਰ ਦਲੇਰੀ ਵਾਲਾ ਆਤਮਾ ਬਖਸ਼ੇ। ਯਿਸੂ ਮਸੀਹ ਦੇ ਨਾਮ 'ਤੇ ਮੰਗਦੇ ਹਾਂ, ਆਮੀਨ, ਹਾਲੇਲੂਇਆ, ਪ੍ਰੇਜ਼ ਦ ਲਾਰਡ, ਜੈ ਮਸੀਹ।